Hello students, welcome to my YouTube channel. Today I will discuss about the class 8th lesson number 4. Chapter name is 3 questions. Related to this chapters, the question answer and bookwork show at the end of the video. Word meaning and question answer and sentences. All your students note down on your notebooks. ਇਹ ਜਿਹੜੀ ਆ ਕਲਾਸ 8th ਦਾ 4th ਚੈਪਟਰ ਹੈ। 3 ਕੁਐਸਚਨ 3 ਪ੍ਰਸ਼ਨ ਚੈਪਟਰ ਦੇ ਜਿਹੜੇ ਵੀ ਕੁਐਸਚਨ ਆਨਸਰ ਨੇ ਵਰਡਸ ਮੀਨਿੰਗ ਨੇ ਤੁਹਾਨੂੰ ਵੀਡੀਓ ਦੇ ਸੈਂਟਰ ਦੇ ਵਿੱਚ ਜਾਂ ਲਾਸਟ ਦੇ ਵਿੱਚ ਮਿਲ ਜਾਣਗੇ। ਤੁਸੀਂ ਉਹਨਾਂ ਨੂੰ ਕਾਪੀ ਦੇ ਉੱਤੇ ਨੋਟ ਡਾਊਨ ਕਰਨਾ ਤੇ ਰਿਵਾਈਜ਼ ਕਰਨਾ। ਬੁੱਕ ਵਰਕ ਜਦੋਂ ਤੁਹਾਨੂੰ ਬੁੱਕਸ ਮਿਲ ਜਾਣਗੀਆਂ ਤੁਸੀਂ ਉਹ ਤੋਂ ਦੇਖ ਕੇ ਬੁੱਕ ਵਰਕ ਵੀ ਕਰ ਸਕਦੇ ਹੋ। ਚੈਪਟਰ ਸਟਾਰਟ ਕਰਦੇ ਹਾਂ। ਚੈਪਟਰ ਕੀ ਆ? ਇੱਕ ਰਾਜਾ ਹੁੰਦਾ ਵਾ ਜਿਹੜਾ ਕਿ ਆਪਣੇ ਰੋਜ਼ਮर्रा ਦੇ ਕੰਮ ਕਰਦਾ ਹੁੰਦਾ। ਇੱਕ ਵਾਰ ਉਹਨੂੰ ਇੱਕ 3 ਕੁਐਸਚਨ ਉਹਦੇ ਮਾਈਂਡ ਦੇ ਵਿੱਚ ਆਉਂਦੇ ਆ ਤੇ ਉਹ ਸੋਚਦਾ ਕਿਉਂ ਨਾ ਇਹਨੂੰ ਸ਼ੇਅਰ ਕੀਤਾ ਜਾਵੇ। ਉਹ ਇਹ 3 ਗੱਲਾਂ ਬਾਰੇ ਸੋਚਦਾ ਰਹਿੰਦਾ ਬਟ ਉਹਨੂੰ ਇਹਨਾਂ 3 ਗੱਲਾਂ ਦੇ ਆਨਸਰ ਨਹੀਂ ਮਿਲਦਾ। ਪਹਿਲਾ ਕੀ ਆ? ਪਹਿਲਾ ਕੁਐਸਚਨ ਉਹਦਾ ਸੀਗਾ ਦੇ ਆਰ ਰਾਈਟ ਟਾਈਮ ਫॉर ਐਨ ਐਕਸ਼ਨ। ਕਿਹੜਾ ਸਮਾਂ ਹੁੰਦਾ ਇੱਕ ਚੰਗਾ ਸਮਾਂ ਕਿਹੜਾ ਵਾ ਜਿਹੜਾ ਕੋਈ ਕੰਮ ਕੀਤਾ ਜਾ ਸਕਦਾ ਵਾ। ਦੇ ਆਰ ਰਾਈਟ ਟਾਈਮ ਆਫ ਦੇ ਆਰ ਰਾਈਟ ਪੀਪਲ ਟੂ ਲਿਸਨ ਟੂ। ਕਿਹੜਾ ਇਹੋ ਜਿਹਾ ਬੰਦਾ ਵਾ ਜਿਹਦੀ ਗੱਲ ਸੁਣਨੀ ਚਾਹੀਦੀ ਆ। ਦਾ ਮੋਸਟ ਇੰਪੋਰਟੈਂਟ ਥਿੰਗ ਟੂ ਡੂ। ਅਤੇ ਕਿਹੜੀ ਅਜਿਹੀ ਮਹੱਤਵਪੂਰਨ ਚੀਜ਼ ਹੈ ਜਿਹੜੀ ਸਾਨੂੰ ਸਾਰਿਆਂ ਨੂੰ ਕਰਨੀ ਚਾਹੀਦੀ ਹੈ। ਉਹ ਇਹ 3 ਕੁਐਸਚਨਸ ਦੇ ਰਿਲੇਟਡ ਉਹ ਆਪਣਾ ਮੰਤਰੀ ਮੰਡਲ ਬੁਲਾਉਂਦਾ ਵਾ ਅਤੇ ਉਹਦੇ ਵਿੱਚ ਜਿਹੜੇ ਪਰਸਨ ਹੁੰਦੇ ਆ ਸਾਰਿਆਂ ਨੂੰ ਪੁੱਛਦਾ ਵਾ, ਸਾਰਿਆਂ ਨੂੰ ਇਹ ਕੁਐਸਚਨ ਦੱਸਦਾ ਵਾ ਅਤੇ ਉਹ ਕਹਿ ਦਿੰਦਾ ਵੀ ਜਿਹੜਾ ਵੀ ਬੁੱਧੀਮਾਨ ਬੰਦਾ ਜਿਹੜਾ ਮੇਰਾ ਆਨਸਰ ਦਊਗਾ ਤਾਂ ਜੇਕਰ ਮੈਂ ਉਹ ਤੋਂ ਸਰਟੀਫਾਈ ਹੋ ਗਿਆ ਤਾਂ ਮੈਂ ਉਹਨੂੰ ਬਹੁਤ ਵੱਡੀ ਧਨ ਰਾਸ਼ੀ ਦਊਂਗਾ, ਹੀਰੇ ਮੋਤੀ ਦਊਂਗਾ। ਤਾਂ ਸਾਰੇ ਪਰਸਨ ਉਹਦੇ ਲਾਲਚ ਦੇ ਵਿੱਚ ਆਪਣੇ ਆਪਣੇ ਕੁਐਸਚਨਸ ਦੇ ਜਿਹੜੇ ਆਨਸਰ ਨੇ ਉਹ ਦੱਸਦੇ ਨੇ। ਸਾਰੇ ਜਿਹੜੇ ਬੰਦਿਆਂ ਦੇ ਕੁਐਸਚਨਸ ਦੇ ਆਨਸਰ ਹੁੰਦੇ ਆ ਉਹ ਸਾਰੇ ਡਿਫਰੈਂਟ ਹੁੰਦੇ ਆ। ਕੋਈ ਕਹਿੰਦਾ ਵੀ ਇਹਦਾ ਕੀ ਆ, ਸਾਨੂੰ ਸਮਾਂ ਸਾਰਣੀ ਬਣਾ ਲੈਣੀ ਚਾਹੀਦੀ ਹੈ। ਜੇਕਰ ਤੁਸੀਂ ਰਾਈਟ ਟਾਈਮ ਦੀ ਗੱਲ ਕਰਦੇ ਹੋ ਤਾਂ ਸਾਨੂੰ ਇੱਕ ਸਮਾਂ ਸਾਰਣੀ ਬਣਾ ਲੈਣੀ ਚਾਹੀਦੀ ਹੈ, ਯਾਨੀ ਕਿ ਟਾਈਮ ਟੇਬਲ ਬਣਾ ਲੈਣਾ ਚਾਹੀਦਾ ਅਤੇ ਉਹਦੇ ਅਕੋਰਡਿੰਗ ਚੱਲਣਾ ਚਾਹੀਦਾ। ਕੋਈ ਪਰਸਨ ਕਹਿੰਦਾ ਵੀ ਜਿਹੜਾ ਤੁਸੀਂ ਕਹਿੰਦੇ ਹੋ ਵੀ ਸਾਨੂੰ ਕਿਹੜੀ ਚੀਜ਼ ਆ ਵੀ ਉਹਨੂੰ ਪਤਾ ਲੱਗ ਸਕੇ ਵੀ ਸਾਨੂੰ ਕਿਹੜੀ ਚੀਜ਼ ਕਰਨੀ ਚਾਹੀਦੀ ਹੈ, ਬਹੁਤ ਜ਼ਿਆਦਾ ਜ਼ਰੂਰੀ ਆ। ਤਾਂ ਉਹਦੇ ਵਿੱਚ ਸਭ ਤੋਂ ਕਿਉਂਕਿ ਜਿਹੜਾ ਫਿਊਚਰ ਆ ਉਹਦੇ ਵਿੱਚ ਅਸੀਂ ਸਭ ਕੁਝ ਜਾਣ ਸਕਦੇ ਹਾਂ ਤਾਂ ਸਾਨੂੰ ਕੀ ਆ ਇੱਕ ਮੈਜੀਸ਼ੀਅਨ ਰੱਖਣਾ ਚਾਹੀਦਾ ਵਾ ਜਿਹੜਾ ਕਿ ਇਹ ਸਾਰਾ ਦੇਖ ਕੇ ਸਾਨੂੰ ਦੱਸ ਸਕੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਿਹੜਾ ਹੁੰਦਾ ਵਾ। ਉਹ ਸਾਰਿਆਂ ਦੇ ਜਿਹੜੇ ਆਨਸਰ ਹੁੰਦੇ ਆ ਉਹ ਡਿਫਰੈਂਟ ਹੁੰਦੇ ਆ। ਤਾਂ ਕਰਕੇ ਰਾਜਾ ਕਾਫੀ ਤੰਗ ਆ ਜਾਂਦਾ ਅਤੇ ਉਹਨਾਂ ਦੇ ਸਾਰਿਆਂ ਦੇ ਆਨਸਰ ਉਹਨੂੰ ਇੱਦਾਂ ਲੱਗਦਾ ਵੀ ਇਹਦੇ ਨਾਲ ਕੁਛ ਵੀ ਉਹਦੇ ਮਨ ਦੇ ਵਿੱਚ ਉਹਨੂੰ ਸੈਟਿਸਫੈਕਸ਼ਨ ਨਹੀਂ ਮਿਲਦੀ। ਤਾਂ ਉਹ ਸਾਰੇ ਕੁਐਸਚਨਾਂ ਦੇ ਆਨਸਰ ਤੋਂ ਤੰਗ ਆ ਕੇ ਉਹ ਸੋਚਦਾ ਵੀ ਹੁਣ ਮੈਂ ਕੀ ਕਰਾਂ, ਕਿਉਂਕਿ ਹੁਣ ਹਰੇਕ ਪਰਸਨ ਕੀ ਨੇ ਸਾਰੇ ਡਿਫਰੈਂਟ ਆਨਸਰ ਦੇ ਰਹੇ ਨੇ। ਤਾਂ ਉਹ ਕੀ ਕਰਦਾ ਆਪਣੇ ਸੈਨਿਕ ਭੇਜਦਾ ਵੀ ਤੁਸੀਂ ਲੱਭ ਕੇ ਲੈ ਕੇ ਆਓ ਕਿਹੜਾ ਅਜਿਹਾ ਇੱਕ ਮਹਾਨ ਬੰਦਾ ਵਾ ਜਿਹੜਾ ਕਿ ਮੇਰੇ ਸਾਰੀਆਂ ਚੀਜ਼ਾਂ ਦੇ ਆਨਸਰ ਦੇ ਸਕਦਾ ਵਾ। ਤਾਂ ਜਿਹੜੇ ਉਹਨੇ ਦੇਵਦੂਤ ਭੇਜੇ ਹੁੰਦੇ ਆ ਉਹਨਾਂ ਵਿੱਚ ਇੱਕ ਪਰਸਨ ਵਾਪਸ ਆਉਂਦਾ ਤਾਂ ਉਹ ਕਹਿੰਦਾ ਵੀ ਮੈਂ ਸਰ ਇੱਕ ਬੁੱਢਾ ਵਿਅਕਤੀ ਦੇਖਿਆ ਵਾ ਜਿਹੜਾ ਕਿ ਤਪਸਵੀ ਆ, ਹੈਮਿਟ ਆ, ਵੀ ਉਹ ਇੱਕ ਜੰਗਲ ਦੇ ਵਿੱਚ ਰਹਿੰਦਾ ਵਾ ਅਤੇ ਜੰਗਲ ਦੇ ਵਿੱਚ ਉਹਦੀ ਇਕੱਲੇ ਦੀ ਇੱਕ ਹੀ ਝੌਂਪੜੀ ਆ ਅਤੇ ਉਹ ਸਿਰਫ ਕਾਮਨ ਪਰਸਨ ਨੂੰ ਮਿਲਦਾ ਵਾ, ਵੀ ਜਾਣੀ ਕਿ ਜਿਹੜੇ ਆਮ ਲੋਕ ਹੁੰਦੇ ਆ ਸਿਰਫ ਉਹਨਾਂ ਨੂੰ ਮਿਲਦਾ, ਰਾਜੇ ਮਹਾਰਾਜਿਆਂ ਨੂੰ ਉਹ ਮਿਲਦਾ ਨਹੀਂ ਹੈਗਾ। ਅਤੇ ਸ਼ਾਇਦ ਉਹ ਤੁਹਾਡੇ ਕੁਐਸਚਨ ਦੇ ਆਨਸਰ ਦੇ ਸਕਦਾ ਵਾ। ਇਹ ਗੱਲ ਸੁਣ ਕੇ ਰਾਜਾ ਜਿਹੜਾ ਵਾ ਉਹ ਹੈਮਟ ਦੇ ਵੱਲ ਚੱਲ ਪੈਂਦਾ, ਜਾਣੀ ਕਿ ਜੰਗਲ ਦੇ ਵਿੱਚ ਜਾਂਦਾ ਵਾ। ਜੰਗਲ ਤੋਂ ਜਾਣ ਤੋਂ ਪਹਿਲਾਂ ਉਹਨੂੰ ਕੀ ਆਪਣਾ ਸਾਰਾ ਗੈਟਅਪ ਜਿਹੜਾ ਹੁੰਦਾ ਉਹ ਚੇਂਜ ਕਰਨਾ ਪੈਂਦਾ, ਕਿਉਂਕਿ ਤਾਂ ਜੋ ਵੀ ਜਿਹੜਾ ਉਹ ਤਪਸਵੀ ਆ ਉਹਨੂੰ ਜਾਣ ਨਾ ਸਕੇ ਵੀ ਇਹ ਰਾਜਾ ਵਾ। ਉਹ ਆਪਣਾ ਸਾਰਾ ਗੈਟਅਪ ਚੇਂਜ ਕਰਦਾ ਵਾ। ਹੁਣ ਉਹਦੇ ਜਿਹੜੇ ਬੋਡੀਗਾਰਡਸ ਨੇ ਉਹਦੇ ਨਾਲ ਜਾਂਦੇ ਆ ਕੁਛ ਕੁ ਟਾਈਮ ਤੱਕ ਅਤੇ ਫਿਰ ਉਸ ਤੋਂ ਬਾਅਦ ਜਿਹੜਾ ਰਾਜਾ ਹੁੰਦਾ ਵਾ ਉਹ ਆਪਣਾ ਘੋੜਾ ਅਤੇ ਬੋਡੀਗਾਰਡਸ ਨੂੰ ਉੱਥੇ ਹੀ ਰੋਕ ਦਿੰਦਾ। ਉਹ ਕਹਿੰਦਾ ਨਾ ਜੀ ਹੁਣ ਮੇਰੇ ਨਾਲ ਨਹੀਂ ਅੱਗੇ ਆਉਣਾ, ਮੈਂ ਅੱਗੇ ਜਾ ਕੇ ਮੈਂ ਆਪਣੇ ਆਪ ਹੀ ਉਹਨੂੰ ਟੈਕਲ ਕਰਾਂਗਾ ਅਤੇ ਆਪਣੇ ਆਪ ਹੀ ਉੱਥੇ ਜਾ ਕੇ ਕੁਐਸਚਨ ਪੁੱਛਾਂਗਾ। ਹੁਣ ਰਾਜਾ ਜਿਹੜਾ ਵਾ ਉਹ ਹੈਮਟ ਕੋਲ ਪਹੁੰਚ ਜਾਂਦਾ ਤਾਂ ਉਹ ਕੀ ਦੇਖਦਾ, ਜਿਹੜਾ ਹੈਮਟ ਆ ਉਹ ਕੀ ਆ ਕਿਆਰੀ ਗੁੱਡ ਰਿਹਾ ਹੁੰਦਾ, ਯਾਨੀ ਕਿ ਉਹਨੇ ਇੱਕ ਜਿਹੜਾ ਆਪਣੇ ਘਰ ਦੇ ਸਾਹਮਣੇ ਇੱਕ ਝੌਂਪੜੀ ਦੇ ਸਾਹਮਣੇ ਇੱਕ ਥੋੜ੍ਹਾ ਜਗ੍ਹਾ ਹੁੰਦੀ ਹੈ ਜਿਹਦੇ ਵਿੱਚ ਉਹ ਕੀ ਆ ਸਪਿਟਸ ਦੇ ਥਰੂ, ਯਾਨੀ ਕਿ ਜਿਹੜੀ ਸਾਡੀ ਉਹ ਕਹੀ ਦੇ ਥਰੂ ਉਹ ਕੀ ਆ ਉੱਥੇ ਕੀ ਆ ਗੁਡਾਈ ਕਰ ਰਿਹਾ ਹੁੰਦਾ ਵਾ ਤਾਂ ਜੋ ਉੱਥੇ ਕੀ ਆ ਬੀਜ ਬੋ ਕੇ ਉੱਥੇ ਫਸਲ ਉਗਾ ਸਕੇ। ਇਹ ਚੀਜ਼ ਦੇਖ ਕੇ ਜਿਹੜਾ ਰਾਜਾ ਹੁੰਦਾ ਉਹਦੇ ਕੋਲ ਆਉਂਦਾ ਅਤੇ ਉਹ ਪਹਿਲਾ ਬੰਦਾ ਉਹਨੂੰ ਪੁੱਛਦਾ ਵੀ ਤੁਸੀਂ ਕੀ ਕਰਨ ਆਏ ਹੋ। ਤਾਂ ਉਹ ਰਾਜਾ ਦੱਸਦਾ ਵੀ ਮੈਂ ਤੁਹਾਡੇ ਤੋਂ 3 ਕੁਐਸਚਨ ਪੁੱਛਣੇ, ਮੇਰੇ 3 ਕੁਐਸਚਨ ਦੇ ਆਨਸਰ ਦੇ ਦਿਓ, ਮੈਂ ਸੁਣਿਆ ਤੁਸੀਂ ਬਹੁਤ ਬੁੱਧੀਮਾਨ ਹੋ। ਤਾਂ ਉਹ ਪਰਸਨ ਉਹਨੂੰ ਕੋਈ ਰਿਪਲਾਈ ਨਹੀਂ ਦਿੰਦਾ ਹੈਗਾ ਅਤੇ ਉਹ ਰਾਜਾ ਫਿਰ ਵੀ ਬੋਲਦਾ ਰਹਿੰਦਾ। ਉਹ ਆਪਣਾ ਜਿਹੜਾ ਬੰਦਾ ਹੁੰਦਾ ਵਾ ਉਹ ਕੀ ਆ ਜਿਹੜਾ ਤਪਸਵੀ ਆ ਉਹ ਕੀ ਆ ਹਾਲੇ ਵੀ ਆਪਣੀ ਜਿਹੜੇ ਉਹ ਆ ਗੁੱਡਦਾ ਰਹਿੰਦਾ ਖੇਤ ਨੂੰ। ਤਾਂ ਉਹ ਖੇਤੀ ਉਹ ਕਰੀ ਜਾਂਦਾ ਹੁੰਦਾ ਅਤੇ ਜਿਹੜਾ ਉਹ ਪਰਸਨ ਹੁੰਦਾ ਵਾ ਰਾਜਾ ਹੁੰਦਾ ਵਾ
ਉਹ ਪਹਿਲਾਂ ਆਪਣਾ ਕੁਐਸਚਨ ਬੋਲਦਾ ਵੀ ਮੈਨੂੰ ਦੱਸੋ ਵੀ ਕਿਹੜੀ ਸਭ ਤੋਂ ਉਚਿਤ ਸਮੇਂ ਆ, ਜਾਣੀ ਕਿ ਕਿਹੜਾ ਰਾਈਟ ਟਾਈਮ ਆ ਜਿਹਦੇ ਵਿੱਚ ਕੋਈ ਕੰਮ ਕਰਨਾ ਚਾਹੀਦਾ ਵਾ, ਤੇ ਕਿਹੜਾ ਅਜਿਹਾ ਪਰਸਨ ਆ ਜਿਹਦੀਆਂ ਗੱਲਾਂ ਮੈਨੂੰ ਧਿਆਨ ਨਾਲ ਸੁਣਨੀਆਂ ਚਾਹੀਦੀਆਂ ਨੇ, ਤੇ ਸੰਸਾਰ ਦੇ ਵਿੱਚ ਸਭ ਤੋਂ ਇੰਪੋਰਟੈਂਟ ਵਰਕ ਕੀ ਆ। ਤਿੰਨੇ ਕੁਐਸਚਨ ਬੋਲਦਾ ਵਾ। ਤਾਂ ਜਿਹੜਾ ਤਪੱਸਵੀ ਹੁੰਦਾ ਉਹ ਜ਼ਿਆਦਾ ਧਿਆਨ ਨਹੀਂ ਦਿੰਦਾ ਹੈਗਾ। ਉਹ ਕੀ ਆ, ਉਹਦੀ ਸਾਹ ਫੁੱਲ ਜਾਂਦੀ ਹੈ ਕਿਉਂਕਿ ਉਹ ਕਾਫੀ ਬੁੱਢਾ ਹੁੰਦਾ ਵਾ, ਵੀਕ ਹੁੰਦਾ ਵਾ, ਤੇ ਉਹ ਕਹੀ ਚਲਾਉਂਦਾ ਰਹਿੰਦਾ, ਤਾਂ ਉਹ ਥੱਕ ਜਾਂਦਾ ਵਾ। ਥੱਕਣ ਤੋਂ ਬਾਅਦ ਉਹ ਕੀ ਹੁੰਦਾ ਵਾ, ਉਹਦੀ ਸਾਹ ਫੁੱਲਣ ਲੱਗ ਜਾਂਦੀ ਹੈ। ਜਿਹੜਾ ਰਾਜਾ ਹੁੰਦਾ ਹੈ ਦੇਖ ਕੇ ਉਹਨੂੰ ਕਹਿੰਦਾ ਚਲੋ ਜੀ ਇੱਦਾਂ ਕਰੋ ਵੀ ਤੁਸੀਂ ਤਾਂ ਕੁਐਸਚਨ ਦੇ ਆਨਸਰ ਦੇਣੇ ਨਹੀਂ ਜਦ ਤੱਕ ਵੀ ਮੈਂ ਤੁਹਾਡੀ ਕਹੀ ਚਲਾ ਲੈਣਾ, ਤੁਸੀਂ ਵੀਕ ਹੋ। ਜਿਹੜਾ ਤਪੱਸਵੀ ਉਹ ਕਹਿੰਦਾ ਨਾ ਜੀ, ਮੈਂ ਆਪਣਾ ਕੰਮ ਆਪ ਕਰਕੇ ਰਾਜੀ ਹਾਂ। ਰਾਜਾ ਫੇਰ ਉਹਨਾਂ ਨੂੰ ਕਹਿੰਦਾ ਵੀ ਚਲੋ ਸ਼੍ਰੀਮਾਨ ਜੀ, ਤੁਸੀਂ ਮੇਰਾ ਇੱਕ ਆਹ ਵਾਲੇ ਕੁਐਸਚਨਸ ਦੇ ਤਾਂ ਕੋਈ ਨਾ ਕੋਈ ਆਨਸਰ ਤਾਂ ਦਿਓ ਜਾਂ ਮੈਨੂੰ ਦੱਸੋ। ਪਰ ਉਹ ਫਿਰ ਵੀ ਉਹਦੀ ਗੱਲ ਅਣਸੁਣਾ ਹੀ ਕਰ ਦਿੰਦਾ ਵਾ। ਤਾਂ ਰਾਜੇ ਨੂੰ ਹੁਣ ਉਹ ਲੱਗਦਾ ਵੀ ਉਹ ਬੰਦਾ ਪੂਰਾ ਥੱਕ ਚੁੱਕਿਆ ਵਾ। ਤਾਂ ਉਹ ਰਾਜਾ ਉਹਨੂੰ ਕਹਿੰਦਾ, ਹੱਥ ਵਧਾਉਂਦਾ, ਤੇ ਉਹ ਕਹਿੰਦਾ ਵੀ ਮੈਨੂੰ ਆਪਣੀ ਕਹੀ ਦੇ ਦਿਓ, ਮੈਂ ਕੰਮ ਕਰਦਾ ਵਾਂ, ਚਲੋ ਤੁਸੀਂ ਥੋੜ੍ਹਾ ਜਿਹਾ ਟਾਈਮ ਰੈਸਟ ਕਰ ਲਓ। ਤਾਂ ਜਿਹੜਾ ਤਪੱਸਵੀ ਹੁੰਦਾ ਵਾ ਉਹਦੇ ਵਾਰ-ਵਾਰ ਕਹਿਣ 'ਤੇ ਉਹਨੂੰ ਕੀ ਆ, ਉਹਨੂੰ ਕਹੀ ਦੇ ਦਿੰਦਾ, ਤੇ ਸਾਈਡ ਦੇ ਉੱਤੇ ਜਾ ਕੇ ਬੈਠ ਕੇ ਆਰਾਮ ਕਰਨ ਲੱਗ ਜਾਂਦਾ ਥੋੜ੍ਹਾ ਟਾਈਮ। ਤੇ ਜਿਹੜਾ ਰਾਜਾ ਹੁੰਦਾ ਵਾ ਉਹ ਕੀ ਆ, ਉਹਨੂੰ ਸਾਰਾ ਕੁਝ ਗੁੱਟਦਾ ਰਹਿੰਦਾ ਵਾ। ਗੁੱਡਣ ਤੋਂ ਬਾਅਦ, ਸਾਰਾ ਕੰਮ ਗੁੱਡਣ ਤੋਂ ਬਾਅਦ ਉਹ ਫੇਰ ਤਪੱਸਵੀ ਕੋਲ ਜਾਂਦਾ, ਜਿਹੜਾ ਉਹ ਬੈਠਾ ਹੁੰਦਾ, ਤੇ ਉਦੋਂ ਫੇਰ ਉਹੀ ਕੁਐਸਚਨ ਪੁੱਛਦਾ, ਹੂ ਆਰ ਦੀ ਪਰਸਨਸ ਆਈ ਨੀਡ ਮੋਸਟ। ਕਹਿੰਦਾ ਵੀ ਮੈਨੂੰ ਕਿਹੜਾ ਅਜਿਹਾ ਬੰਦਾ ਚਾਹੀਦਾ ਵੀ ਜਿਹੜਾ ਸਾਰਾ ਕੰਮ ਸਹੀ ਢੰਗ ਨਾਲ ਕਰੇ ਤੇ ਮੈਨੂੰ ਸਹੀ ਸਮੇਂ ਤੇ ਸਹੀ ਚੀਜ਼ਾਂ ਦੇ ਬਾਰੇ ਦੱਸ ਸਕੇ। ਜਿਹੜਾ ਤਪੱਸਵੀ ਹੁੰਦਾ ਵਾ ਉਹ ਫਿਰ ਵੀ ਉਹਦੀ ਕੋਈ ਗੱਲ ਨੂੰ ਸੁਣਦਾ ਨਹੀਂ ਹੈਗਾ, ਤੇ ਉਹਨੂੰ ਕਹਿੰਦਾ ਵੀ ਜਾਓ, ਮੈਂ ਹਲੇ ਆਪਣਾ ਕੰਮ ਕਰਨਾ ਵਾ, ਤੁਸੀਂ ਜਾ ਕੇ ਰੈਸਟ ਕਰ ਲਓ। ਜਿਹੜਾ ਰਾਜਾ ਹੁੰਦਾ ਵਾ ਉਹ ਫਿਰ ਕਹਿੰਦਾ ਨਹੀਂ ਜੀ, ਮੈਨੂੰ ਪਤਾ ਲੱਗਿਆ ਤੁਸੀਂ ਬਹੁਤ ਬੁੱਧੀਮਾਨ ਹੋ, ਤੁਸੀਂ ਮੇਰੇ ਕੁਐਸਚਨਸ ਦੇ ਆਨਸਰ ਦੇ ਸਕਦੇ ਹੋ ਤਾਂ ਜੋ ਮੈਂ ਜਿਹੜਾ ਆਨਸਰ ਲੈ ਕੇ ਆਪਣੇ ਘਰ ਵਾਪਸ ਜਾ ਸਕਾਂ। ਤਪੱਸਵੀ ਫਿਰ ਵੀ ਉਹਨੂੰ ਕੋਈ ਗੱਲ ਨਹੀਂ ਕਹਿੰਦਾ। ਤਾਂ ਅਚਾਨਕ ਹੀ ਕੀ ਦੇਖਦਾ ਵਾ ਕਿ ਇੱਕ ਪਰਸਨ ਜਿਹੜਾ ਕਿ ਆਪਣੇ ਢਿੱਡ ਦੇ ਵਿੱਚ ਹੱਥ ਲਗਾ ਕੇ ਭੱਜੇ ਹੀ ਆਉਂਦਾ ਹੁੰਦਾ ਵਾ, ਰਾਜੇ ਦੀ ਤਰਫ ਨੂੰ ਆਉਂਦਾ ਹੁੰਦਾ ਵਾ। ਤਪੱਸਵੀ ਤੇ ਰਾਜਾ ਉਹਨੂੰ ਦੇਖ ਕੇ ਹੈਰਾਨ ਹੋ ਜਾਂਦੇ ਆ, ਤੇ ਉਹ ਬੰਦਾ ਉਹਨਾਂ ਕੋਲ ਆ ਕੇ ਡਿੱਗ ਜਾਂਦਾ। ਜਦੋਂ ਹੱਥ ਚੱਕ ਕੇ ਦੇਖਦੇ ਆ ਤਾਂ ਉਹਦੇ ਕੀ ਹੁੰਦਾ, ਇੱਕ ਖੂਨ ਨਿਕਲ ਰਿਹਾ ਹੁੰਦਾ ਉਹਦੇ ਪਰਸਨ ਦੇ। ਤਾਂ ਰਾਜਾ ਕੀ ਕਰਦਾ, ਇੱਕ ਕੱਪੜੇ ਨਾਲ ਉਹਨੂੰ ਦੱਬ ਦਿੰਦਾ, ਦੱਬਣ ਤਾਂ ਜੋ ਵੀ ਉਹ ਜਿਹੜੀ ਬਲੀਡਿੰਗ ਆ ਉਹ ਬੰਦ ਹੋ ਸਕੇ। ਤਾਂ ਹੁਣ ਉਹ ਤਪੱਸਵੀ ਉਹ ਕਹਿੰਦਾ ਮੈਨੂੰ ਪਾਣੀ ਪਾਣੀ, ਤਾਂ ਉਹ ਤਪੱਸਵੀ ਕੀ ਆ, ਉਹਨੂੰ ਪਾਣੀ ਲੈ ਕੇ ਆਉਂਦਾ ਤੇ ਉਹਨੂੰ ਪਾਣੀ ਦੇ ਦਿੰਦਾ। ਤਾਂ ਉਹਨੂੰ ਥੋੜ੍ਹਾ ਜਿਹਾ ਰਿਲੀਫ ਮਹਿਸੂਸ ਹੁੰਦਾ ਵਾ। ਤਾਂ ਰਾਜਾ ਜਿਹੜਾ ਤਪੱਸਵੀ ਹੁੰਦਾ ਉਹ ਕੀ ਕਹਿੰਦੇ ਵੀ ਚਲੋ ਇਹਨੂੰ ਅੰਦਰ ਲੈ ਜਾਂਦੇ ਆ। ਤਾਂ ਫਿਰ ਉਹ ਉਹਨੂੰ ਅੰਦਰ ਲੈ ਜਾਂਦੇ ਆ, ਉਹਦੇ ਮੱਲਮ ਪੱਟੀ ਕਰਦਾ ਵਾ ਰਾਜਾ ਤੇ ਤਪੱਸਵੀ। ਉਹ ਤਾਂ ਪਾਣੀ ਫੇਰ ਮੰਗਦਾ, ਉਹਨੂੰ ਖਾਣ ਨੂੰ ਦਿੰਦਾ ਵਾ ਤੇ ਪੀਣ ਨੂੰ ਦਿੰਦਾ ਵਾ। ਤੇ ਉਹ ਬੰਦਾ ਕੀ ਆ, ਹੁਣ ਉਹ ਕਾਫੀ ਉਹਨੂੰ ਥਕਾਵਟ ਮਹਿਸੂਸ ਹੁੰਦੀ ਆ, ਤਾਂ ਉਹ ਸੌਂ ਜਾਂਦਾ। ਰਾਜਾ ਪੂਰੀ ਰਾਤ ਕੀ ਆ, ਉਹਦੇ ਕੋਲ ਬੈਠਾ ਰਹਿੰਦਾ ਵਾ, ਉਹਦੇ ਜ਼ਖਮਾਂ ਨੂੰ ਸਾਫ਼ ਕਰਦਾ ਰਹਿੰਦਾ ਵਾ, ਉਹਨੂੰ ਠੀਕ ਕਰਨ ਬਾਰੇ ਸੋਚਦਾ ਰਹਿੰਦਾ ਵਾ। ਤੇ ਉਹ ਸੋਚਦਾ ਵੀ ਮੈਂ ਸਵੇਰੇ ਇੱਥੋਂ ਚਲਾ ਜਾਵਾਂਗਾ ਕਿਉਂਕਿ ਮੈਨੂੰ ਤਪੱਸਵੀ ਲੱਗਦਾ ਨਹੀਂ ਵੀ ਮੇਰੇ ਕੁਐਸਚਨਾਂ ਦੇ ਆਨਸਰ ਦੇ ਸਕੂਗਾ। ਉਹ ਬੰਦੇ ਦੀ ਉਹਦੀ ਦੇਖਭਾਲ ਕਰਦਾ ਵਾ। ਤਾਂ ਜਦੋਂ ਇੱਕ ਸਵੇਰ ਹੋਣ ਵਾਲੀ ਹੁੰਦੀ ਆ, ਰਾਜਾ ਤੇ ਉਹ ਪਰਸਨ ਉੱਠ ਖੜ੍ਹਦੇ ਆ। ਉਹ ਪਰਸਨ ਉਹਨੂੰ ਕਹਿੰਦਾ, ਰਾਜਾ ਤੁਸੀਂ ਮੈਨੂੰ ਜਾਣਦੇ ਹੋ? ਰਾਜਾ ਕਹਿੰਦਾ ਨਹੀਂ, ਮੈਂ ਨਹੀਂ ਤੁਹਾਨੂੰ ਜਾਣਦਾ, ਤੁਸੀਂ ਕੌਣ ਹੋ? ਤਾਂ ਉਹ ਦੱਸਦਾ, ਕਹਿੰਦਾ ਜੀ ਮੈਂ ਕੌਣ ਆ, ਮੈਂ ਤੁਹਾਡਾ ਇੱਕ ਜਾਨੀ ਦੁਸ਼ਮਣ ਆ, ਮੈਂ ਤੁਹਾਨੂੰ ਮਾਰਨਾ ਚਾਹੁੰਦਾ ਸੀ। ਤਾਂ ਉਹਨੂੰ ਪੁੱਛਦਾ ਵੀ ਤੁਸੀਂ ਮੈਨੂੰ ਕਿਉਂ ਮਾਰਨਾ ਚਾਹੁੰਦੇ ਸੀ? ਉਹ ਕਹਿੰਦਾ ਤੁਸੀਂ ਮੇਰੇ ਪਿਤਾ ਜੀ ਨੂੰ ਇੱਕ ਵਾਰ ਫਾਂਸੀ ਦੀ ਸਜ਼ਾ ਦੇ ਦਿੱਤੀ ਸੀਗੀ, ਮੈਂ ਤਾਂ ਕਰਕੇ ਤੁਹਾਨੂੰ ਕੀ ਆ ਮਾਰਨਾ ਚਾਹੁੰਦਾ ਸੀ। ਮੈਨੂੰ ਪਤਾ ਸੀ ਤੁਸੀਂ ਇੱਕ ਜੰਗਲ ਦੇ ਵਿੱਚ ਬਿਨਾਂ ਆਪਣੇ ਬਾਡੀਗਾਰਡਸ ਦੇ ਆ ਰਹੇ ਹੋ। ਫਿਰ ਮੈਨੂੰ ਇਹ ਚੰਗਾ ਮੌਕਾ ਸੀਗਾ ਵੀ ਜਿਹਦੇ ਨਾਲ ਮੈਂ ਤੁਹਾਨੂੰ ਮਾਰ ਸਕਦਾ ਸੀ। ਰਾਜਾ ਸਾਰੀਆਂ ਗੱਲਾਂ ਸੁਣਦਾ ਰਹਿੰਦਾ ਧਿਆਨ ਨਾਲ। ਪਰ ਉਹ ਕਹਿੰਦਾ ਵੀ ਜਦੋਂ ਮੈਂ ਝਾੜੀਆਂ ਦੇ ਵਿੱਚ ਛੁਪਿਆ ਹੋਇਆ ਸੀਗਾ ਤੇ ਮੈਂ ਤੁਹਾਨੂੰ ਮਾਰਨ ਦੀ ਉਡੀਕ ਕਰ ਰਿਹਾ ਸੀ ਵੀ ਜਦੋਂ ਤੁਸੀਂ ਵਾਪਸ ਆਓਗੇ ਮੈਂ ਤੁਹਾਨੂੰ ਮਾਰ ਦਾਂਗਾ, ਪਰ ਤੁਹਾਡੇ ਬਾਡੀਗਾਰਡਸ ਨੇ ਮੈਨੂੰ ਪਛਾਣ ਲਿਆ ਤੇ ਉਹਨਾਂ ਨੇ ਮੇਰੇ ਉੱਤੇ ਹਮਲਾ ਕਰ ਦਿੱਤਾ ਤੇ ਉਹਨਾਂ ਨੇ ਹੀ ਮੈਨੂੰ ਜ਼ਖਮੀ ਕਰ ਦਿੱਤਾ ਸੀ। ਪਰ ਫਿਰ ਵੀ ਤੁਸੀਂ ਇਸ ਚੀਜ਼ ਦੀ ਪਰਵਾਹ ਨਾ ਕਰਦੇ ਹੋਏ ਵੀ ਮੈਂ ਤੁਹਾਨੂੰ ਮਾਰਨ ਆਇਆ, ਤੁਸੀਂ ਫਿਰ ਵੀ ਮੇਰੀ ਮੱਲਮ ਪੱਟੀ ਕੀਤੀ ਤੇ ਮੇਰੇ ਜ਼ਖਮਾਂ ਦੇ ਉੱਤੇ ਮੱਲਮ ਪੱਟੀ ਕਰਨ ਤੋਂ ਬਾਅਦ ਮੈਨੂੰ ਠੀਕ ਕੀਤਾ। ਕਹਿੰਦਾ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਆ। ਤੇ ਮੈਂ ਵੀ ਤੁਹਾਨੂੰ ਮਾफ़ ਕਰ ਦਿੱਤਾ ਵੀ ਤੁਸੀਂ ਮੈਨੂੰ ਕੀ ਆ ਵੀ ਮੇਰੇ ਪਿਤਾ ਜੀ ਨੂੰ ਜਿਹੜਾ ਝੂਠੇ ਆਰੋਪ ਦੇ ਵਿੱਚ ਮਰਵਾ ਦਿੱਤਾ ਸੀ ਜਾਂ ਮੇਰੇ ਭਰਾ ਨੂੰ ਮਰਵਾ ਦਿੱਤਾ ਸੀਗਾ, ਮੈਂ ਉਸ ਚੀਜ਼ ਤੋਂ ਤੁਹਾਨੂੰ ਰਿਹਾ ਕਰਦਾ ਵਾਂ ਤੇ ਤੁਸੀਂ ਵੀ ਮੈਨੂੰ ਮਾਫ਼ ਕਰ ਦਿਓ ਵੀ ਤਾਂ ਜੋ ਮੈਂ ਆਪਣਾ ਜੀਵਨ ਜਿਹੜਾ ਸਹੀ ਢੰਗ ਨਾਲ ਜੀ ਸਕਾਂ। ਇਹ ਚੀਜ਼ ਸੁਣ ਕੇ ਰਾਜਾ ਕੀ ਆ, ਉਹ ਕਾਫੀ ਖੁਸ਼ ਹੁੰਦਾ। ਉਹ ਕਹਿੰਦਾ ਕੋਈ ਨਹੀਂ ਜੀ, ਜਿੱਦਾਂ ਹੋਣਾ ਹੁੰਦਾ ਉਹ ਰੱਬ ਜਾਣਦਾ ਵਾ, ਕੁਛ ਨਹੀਂ, ਜਿਹੜਾ ਕੁਛ ਹੋ ਗਿਆ ਠੀਕ ਹੈ। ਇਹ ਗੱਲ ਸੁਣ ਕੇ ਰਾਜਾ ਕਹਿੰਦਾ ਮੈਂ ਤੁਹਾਨੂੰ ਮਾफ़ ਕਰਦਾ ਵਾਂ। ਤੇ ਉਹ ਬੰਦਾ ਕੀ ਆ, ਕਹਿੰਦਾ ਜੀ ਮੈਂ ਆ ਉਮਰ ਤੁਸੀਂ ਮੇਰੀ ਜਾਨ ਬਚਾਈ ਆ, ਮੈਂ ਤੁਹਾਡਾ ਕੀ ਆ ਸੇਵਕ ਬਣ ਕੇ ਰਹਾਂਗਾ, ਮੈਂ ਤੁਹਾਡੀ ਦੇਖ ਰੇਖ ਕਰਿਆ ਕਰਾਂਗਾ। ਰਾਜਾ ਕਾਫੀ ਖੁਸ਼ ਹੁੰਦਾ ਤੇ ਉਸ ਸਵੇਰੇ ਜਦੋਂ ਰਾਜਾ ਹੁਣ ਤਿਆਰ ਹੋ ਜਾਂਦਾ, ਉਹ ਸੋਚਦਾ ਵੀ ਚਲੋ ਹੁਣ ਮੈਂ ਘਰ ਨੂੰ ਜਾਂਦਾ ਵਾਂ। ਜਾਣ ਤੋਂ ਪਹਿਲਾਂ ਉਹ ਕੀ ਕਰਦਾ ਵਾ, ਉਹ ਦੇਖਦਾ ਜਿਹੜਾ ਤਪੱਸਵੀ ਆ ਉਹ ਹਲੇ ਵੀ ਕੀ ਆ ਆਪਣੇ ਖੇਤ ਦੇ ਵਿੱਚ ਉਹ ਬੀਜ ਖੰਡਾਰ ਕੇ ਕੰਮ ਕਰਦਾ ਹੁੰਦਾ ਵਾ।
ਤਾਂ ਰਾਜਾ ਸੋਚਦਾ ਕਿਉਂ ਨਾ ਹੁਣ ਲਾਸਟ ਟਾਈਮ ਵੀ ਇਹ ਤੋਂ ਇੱਕ ਆ ਜਿਹੜੇ ਕੁਐਸਚਨਸ ਨੇ ਦੁਬਾਰਾ ਦੁਹਰਾਇਆ ਜਾਵੇ ਤੇ ਉਹਦੋਂ ਪੁੱਛਿਆ ਜਾਵੇ ਵੀ ਜੇ ਉਹਦੇ ਕੋਲ ਆਨਸਰ ਹੈਗਾ ਤਾਂ ਠੀਕ ਆ, ਜੋ ਨਹੀਂ ਹੈਗੇ ਤਾਂ ਮੈਂ ਚਲਿਆ ਜਾਣਾ। ਤਾਂ ਰਾਜਾ ਫੇਰ ਉਹ ਤਪਸਵੀ ਕੋਲ ਜਾਂਦਾ, ਕਹਿੰਦਾ ਜੀ ਪਲੀਜ਼ ਇਹ ਵਾਈਸ ਮੈਨ, ਵੀ ਤੁਸੀਂ ਜਿਹੜੇ ਮੈਂ ਤੁਹਾਨੂੰ ਕੁਐਸਚਨ ਪੁੱਛੇ ਸੀ ਲਾਸਟ ਟਾਈਮ, ਤੁਸੀਂ ਕੀ ਉਹ ਮੇਰੇ ਆਨਸਰ ਦੇ ਸਕਦੇ ਹੋ? ਤਾਂ ਤਪਸਵੀ ਉਹਨੂੰ ਇੱਕ ਆਨਸਰ ਦਿੰਦਾ, ਉਹ ਕਹਿੰਦਾ ਜੀ ਜਿਹੜੇ ਵੀ ਤੁਸੀਂ ਮੇਰੇ ਤੋਂ ਕੁਐਸਚਨ ਪੁੱਛੇ ਸੀ ਉਹਦੇ ਆਨਸਰ ਤੁਸੀਂ ਆਪ ਹੀ ਲੱਭ ਲਏ, ਤੁਸੀਂ ਆਪ ਹੀ ਸਭ ਕੁਝ ਦੇ ਦਿੱਤਾ। ਰਾਜਾ ਇਹ ਸੁਣ ਕੇ ਕਾਫੀ ਹੈਰਾਨ ਹੁੰਦਾ, ਉਹ ਸੋਚਦਾ ਵੀ ਮੈਂ ਕਿਸ ਤਰੀਕੇ ਨਾਲ ਆਪਣੇ ਜਿਹੜੇ ਕੁਐਸਚਨਾਂ ਦੇ ਆਨਸਰ ਆਪ ਲੱਭ ਲਏ। ਤਾਂ ਜਿਹੜਾ ਵਿਅਕਤੀ ਹੁੰਦਾ ਵਾ ਉਹਨੂੰ, ਜਿਹੜਾ ਤਪਸਵੀ ਹੁੰਦਾ ਉਹਨੂੰ ਸਮਝਾਉਂਦਾ, ਕਹਿੰਦਾ ਵੀ ਪਹਿਲਾ ਕੰਮ ਤੁਸੀਂ ਇਹ ਕੀਤਾ, ਸਭ ਤੋਂ ਮਹੱਤਵਪੂਰਨ ਚੀਜ਼ ਇਹ ਸੀਗੀ ਵੀ ਮੈਂ ਕੰਮ ਕਰ ਰਿਹਾ ਸੀ ਤੇ ਮੈਂ ਥੱਕ ਚੁੱਕਿਆ ਸੀ, ਤੁਸੀਂ ਮੇਰੀ ਸਹਾਇਤਾ ਕੀਤੀ। ਕਹਿੰਦਾ ਸਭ ਤੋਂ ਵਧੀਆ ਕੰਮ ਆ ਵੀ ਕਿਸੇ ਦੀ ਸਹਾਇਤਾ ਕਰਨੀ। ਕਹਿੰਦਾ ਉਸੇ ਸਮੇਂ ਸਭ ਤੋਂ ਇੰਪੋਰਟੈਂਟ ਬੰਦਾ ਕੌਣ ਸੀਗਾ? ਮੇਰੇ ਲਈ ਤੁਸੀਂ ਸੀ, ਜਿਹੜਾ ਕਿ ਰੱਬ ਬਣ ਕੇ ਆਏ ਤੇ ਮੇਰੇ ਨਾਲ ਸਹਾਇਤਾ ਕੀਤੀ। ਤੇ ਸਭ ਤੋਂ ਇੰਪੋਰਟੈਂਟ ਕੰਮ ਕਿਹੜਾ ਸੀ? ਭਲਾ ਕਰਨਾ, ਜਿਹੜਾ ਤੁਸੀਂ ਮੇਰਾ ਭਲਾ ਕੀਤਾ, ਵੀ ਤੁਸੀਂ ਮੈਨੂੰ ਥੋੜਾ ਟਾਈਮ ਰੈਸਟ ਦਿੱਤਾ ਤੇ ਮੇਰਾ ਕੰਮ ਕੀਤਾ। ਇਸ ਤੋਂ ਬਾਅਦ ਜਿਹੜਾ ਉਹ ਵਿਅਕਤੀ ਦੌੜਦਾ ਦੌੜਦਾ ਤੁਹਾਡੇ ਕੋਲ ਆਇਆ, ਤਾਂ ਉਸ ਸਮੇਂ ਸਭ ਤੋਂ ਮਹੱਤਵਪੂਰਨ ਟਾਈਮ ਕਿਹੜਾ ਸੀ ਜਿਹੜਾ ਤੁਸੀਂ ਉਹਦੀ ਦੇਖਭਾਲ ਕਰ ਰਹੇ ਸੀਗੇ? ਜੇਕਰ ਤੁਸੀਂ ਉਹਦੀ ਮੱਲਮ ਪੱਟੀ ਨਾ ਕਰਦੇ ਸ਼ਾਇਦ ਉਹ ਮਰ ਜਾਂਦਾ, ਤੇ ਉਹ ਕਦੇ ਵੀ ਤੁਹਾਨੂੰ ਆਪਣੇ ਮਿੱਤਰ ਦੇ ਰੂਪ ਦੇ ਵਿੱਚ ਤੁਸੀਂ ਉਹਨੂੰ ਕਦੇ ਵੀ ਨਾ ਜਿੱਤ ਸਕਦੇ। ਤਾਂ ਸਭ ਤੋਂ ਇੰਪੋਰਟੈਂਟ ਵਿਅਕਤੀ ਉਸ ਸਮੇਂ ਕਿਹੜਾ ਸੀ? ਉਹ ਬੰਦਾ ਜਿਹੜਾ ਸੱਟ ਖਾ ਕੇ ਤੁਹਾਡੇ ਕੋਲ ਆਇਆ ਸੀ। ਤੇ ਇੰਪੋਰਟੈਂਟ ਸਮਾਂ ਕਿਹੜਾ ਸੀ ਜਿਹੜਾ ਤੁਸੀਂ ਉਹਦੀ ਮੱਲਮ ਪੱਟੀ ਕੀਤੀ? ਤਾਂ ਤੁਸੀਂ ਹਮੇਸ਼ਾ ਇਹ ਯਾਦ ਰੱਖੋ, ਕੇਵਲ ਇੱਕ ਹੀ ਸਮਾਂ ਜਿਹੜਾ ਹੁੰਦਾ ਵਾ ਉਹ ਇੰਪੋਰਟੈਂਟ ਆ, ਜਿਹੜਾ ਚੱਲ ਰਿਹਾ ਸਮਾਂ ਹੁੰਦਾ, ਯਾਨੀ ਕਿ ਪ੍ਰੈਜ਼ੈਂਟ ਟਾਈਮ, ਜਿਹਦੇ ਵਿੱਚ ਤੁਹਾਡੇ ਕੋਲ ਸਮਾਂ ਹੁੰਦਾ ਵੀ ਜਿਹਦੇ ਵਿੱਚ ਤੁਸੀਂ ਕੋਈ ਵੀ ਕੰਮ ਕਰ ਸਕਦੇ ਹੋ, ਤੁਹਾਡੇ ਕੋਲ ਸਾਰੀ ਸ਼ਕਤੀਆਂ ਹੁੰਦੀਆਂ ਨੇ, ਜਿਹੜਾ ਵੀ ਕੰਮ ਤੁਸੀਂ ਵਧੀਆ ਢੰਗ ਨਾਲ ਕਰ ਸਕਦੇ ਹੋ। ਜੇਕਰ ਇਹ ਸਮਾਂ ਚਲਾ ਗਿਆ ਫਿਰ ਤੁਸੀਂ ਇਸ ਚੀਜ਼ ਦੇ ਵਿੱਚ ਕੁਝ ਵੀ ਨਹੀਂ ਕਰ ਸਕਦੇ। ਸਭ ਤੋਂ ਮਹੱਤਵਪੂਰਨ ਚੀਜ਼ ਸਾਡੇ ਕੋਲ ਸਮਾਂ ਹੀ ਹੈ, ਜਿਹੜਾ ਕਿ ਸਾਨੂੰ ਆਉਣ ਵਾਲੇ ਸਮੇਂ ਨੂੰ ਵਧੀਆ ਬਣਾ ਸਕਦਾ ਤੇ ਲੰਘ ਚੁੱਕੇ ਸਮੇਂ ਦੇ ਵਿੱਚੋਂ ਸਾਨੂੰ ਸਿਖਾ ਸਕਦਾ ਵਾ। ਤੇ ਭਲਾਈ ਕਰਦੇ ਰਹਿਣਾ ਇਹ ਸਭ ਤੋਂ ਮਹੱਤਵਪੂਰਨ ਕੰਮ ਹੈ, ਵੀ ਕਿਸੇ ਦੀ ਵੀ ਭਲਾਈ ਕਰਦੇ ਰਹੋ, ਚਾਹੇ ਉਹ ਤੁਹਾਡਾ ਦੁਸ਼ਮਣ ਹੈ ਚਾਹੇ ਕੋਈ ਵੀ ਹੈ, ਤੇ ਤਾਂ ਜੋ ਜਿਹੜਾ ਰੱਬ ਨੇ ਸਾਨੂੰ ਜਿਸ ਉਦੇਸ਼ ਦੇ ਲਈ ਭੇਜਿਆ ਵਾ ਤੁਸੀਂ ਉਹ ਉਦੇਸ਼ ਨੂੰ ਅਚੀਵ ਕਰ ਸਕੋ। ਇਹ ਗੱਲਾਂ ਸੁਣ ਕੇ ਜਿਹੜਾ ਰਾਜਾ ਹੁੰਦਾ ਉਹ ਕਾਫੀ ਖੁਸ਼ ਹੁੰਦਾ ਤੇ ਉਹਨੂੰ ਆਪਣੇ ਸਾਰੇ ਜਿਹੜੇ ਕੁਐਸਚਨਸ ਹੁੰਦੇ ਆ ਉਹਨਾਂ ਦੇ ਆਨਸਰ ਮਿਲ ਜਾਂਦੇ ਆ। ਤਾਂ ਇਸ ਕਹਾਣੀ ਤੋਂ ਸਾਨੂੰ ਕੀ ਮੋਰਲ ਮਿਲਦੀ ਹੈ? ਵੀ ਜੇਕਰ ਹਰੇਕ ਪਰਸਨ ਕੀ ਆ, ਰੱਬ ਨੇ ਕਿਸ ਲਈ ਭੇਜਿਆ ਵਾ? ਸਾਨੂੰ ਇੱਕ ਦੂਜੇ ਦੀ ਸਹਾਇਤਾ ਕਰਨ ਦੇ ਲਈ। ਤਾਂ ਸਾਨੂੰ ਕੀ ਆ, ਇੱਕ ਦੂਜੇ ਦੀ ਹੈਲਪ ਕਰਦੇ ਰਹਿਣਾ ਚਾਹੀਦਾ ਵਾ, ਚਾਹੇ ਉਹ ਕਿਸੇ ਵੀ ਮੈਨਰਸ ਨਾਲ ਹੋਵੇ। ਤੇ ਟਰਾਈ ਕਰੋ ਵੀ ਅਸੀਂ ਕੀ ਆ, ਸਾਰੀਆਂ ਚੀਜ਼ਾਂ ਨੂੰ ਅਚੀਵ ਕਰ ਸਕੀਏ। ਜਿਹੜਾ ਸਾਡਾ ਪ੍ਰੈਜ਼ੈਂਟ ਸਮਾਂ, ਜਿਵੇਂ ਹੁਣ ਦਾ ਸਮਾਂ ਵਾਸਤੇ ਕੀ ਆ, ਜਿਹੜਾ ਤੁਹਾਨੂੰ ਟਾਈਮ ਦਿੰਦੇ ਆ, ਤਾਂ ਤੁਸੀਂ ਉਸ ਟਾਈਮ ਦੇ ਵਿੱਚ ਸਟੱਡੀ ਕਰੋ, ਤਾਂ ਜੋ ਆਪਣੀ ਸਟੱਡੀਜ਼ ਨੂੰ ਇੰਪਰੂਵ ਕਰਕੇ ਵੀ ਜਿਹੜਾ ਤੁਹਾਡੇ ਕੋਲ ਆ ਫ੍ਰੀ ਟਾਈਮ ਹੈਗਾ ਵਾ, ਜਿਹਦੇ ਵਿੱਚ ਤੁਸੀਂ ਕੁਝ ਵੀ ਵਰਕ ਕਰ ਸਕਦੇ ਹੋ, ਆਪਣੀ ਇੰਗਲਿਸ਼ ਇੰਪਰੂਵ ਕਰ ਸਕਦੇ ਹੋ, ਆਪਣਾ ਕੋਈ ਵੀ ਅਦਰ ਵਰਕਸ ਕਰ ਸਕਦੇ ਹੋ, ਰਿਵਾਈਜ਼ ਕਰ ਸਕਦੇ ਹੋ, ਨਿਊ ਬੁੱਕਸ ਪੜ੍ਹ ਸਕਦੇ ਹੋ। ਤਾਂ ਇਹ ਚੀਜ਼ਾਂ ਨੂੰ ਯੂਟਿਲਾਈਜ਼ ਕਰੋ ਤਾਂ ਜੋ ਇਹ ਤੁਹਾਡੇ ਜਿਹੜੀ ਆ ਮੋਰਲ ਅਬਿਲਿਟੀਜ਼ ਤੇ ਹੋਰ ਵੀ ਚੀਜ਼ਾਂ ਨੂੰ ਇੰਪਰੂਵ ਕਰ ਸਕੇ। ਤਾਂ ਇਹ ਸੀ ਚੈਪਟਰ, ਤੇ ਇਸ ਦੇ ਵਿੱਚੋਂ ਤੁਹਾਨੂੰ ਇਹ ਸਿੱਖਣ ਨੂੰ ਮਿਲਦਾ ਵਾ ਸਾਨੂੰ ਕੀ ਆਪਣੇ ਜਿਹੜਾ ਪ੍ਰੈਜ਼ੈਂਟ ਸਮਾਂ ਵਾ ਉਹਦਾ ਪ੍ਰੋਪਰ ਯੂਟਿਲਾਈਜੇਸ਼ਨ ਕਰਨੀ ਚਾਹੀਦੀ ਆ, ਤਾਂ ਹੀ ਤੁਸੀਂ ਆਪਣਾ ਇੱਕ ਫਿਊਚਰ ਵਧੀਆ ਬਣਾ ਸਕਦੇ ਹੋ। ਇਹ ਸੀ ਕਹਾਣੀ, ਇਹ 3 ਕੁਐਸਚਨਸ। ਹੁਣ ਅਸੀਂ ਇਹਦੇ ਵਰਡਸ ਮੀਨਿੰਗ ਦੇਖਦੇ ਹਾਂ। ਇਹ ਵਰਡ ਮੀਨਿੰਗ ਜਿਹੜੇ ਨੇ ਮੈਂ ਤੁਹਾਨੂੰ ਸੈਂਡ ਕਰਤੇ ਨੇ, ਤੁਸੀਂ ਇਸ ਵੀਡੀਓ ਦੇ ਵਿੱਚ ਤੁਸੀਂ ਇਹ ਵਰਡਸ ਮੀਨਿੰਗ ਨੂੰ ਪੜ੍ਹ ਸਕਦੇ ਹੋ। ਇਹਦੀ ਟ੍ਰਾਂਸਲੇਸ਼ਨ ਵੀ ਦਿੱਤੀ ਹੈ, ਤਾਂ ਮੈਂ ਇਹਦੀ ਟ੍ਰਾਂਸਲੇਸ਼ਨ ਨਹੀਂ ਦੱਸਾਂਗਾ। ਇਸ ਤੋਂ ਬਾਅਦ ਕੁਐਸਚਨ ਆਨਸਰ ਦੀ ਗੱਲ ਕਰਦੇ ਹਾਂ। ਫਸਟ ਕੁਐਸਚਨ ਇਜ਼ ਵਟ ਵਰ ਦੀਆਂ ਕਿੰਗਸ 3 ਕੁਐਸਚਨ? ਕਿੰਗ ਦੇ 3 ਕੁਐਸਚਨ ਕਿਹੜੇ ਕਿਹੜੇ ਸੀਗੇ? ਦੀਆਂ 3 ਕੁਐਸਚਨ ਵਰ, ਉਹਦੇ 3 ਕੁਐਸਚਨ ਕਿਹੜੇ ਸੀ? ਵਟ ਇਜ਼ ਦੀਆਂ ਰਾਈਟ ਟਾਈਮ ਫॉर ਐਨ ਐਕਸ਼ਨ? ਕਿਹੜਾ ਚੰਗਾ ਸਮਾਂ ਵਾ ਕੋਈ ਵੀ ਕੰਮ ਕਰਨ ਦਾ? ਹੂ ਵਿਚ ਆਰ ਪਰਸਨ ਸ਼ੁੱਡ ਬੀ ਆ ਲਿਸਨ ਟੂ? ਕਹਿੰਦਾ ਕਿਹੜਾ ਬੰਦਾ ਵਾ ਜਿਹਦੀਆਂ ਗੱਲਾਂ ਸਾਨੂੰ ਸੁਣਨੀਆਂ ਚਾਹੀਦੀਆਂ ਨੇ। ਵਟ ਇਜ਼ ਦੀਆਂ ਮੋਸਟ ਇੰਪੋਰਟੈਂਟ ਥਿੰਗ ਟੂ ਡੂ? ਕਿਹੜਾ ਕੰਮ ਆ ਜਿਹੜਾ ਸਾਨੂੰ ਹਮੇਸ਼ਾ ਕਰਦੇ ਰਹਿਣਾ ਚਾਹੀਦਾ ਵਾ। ਸੈਕਿੰਡ ਇਜ਼ ਵਟ ਵਰ ਦੀਆਂ ਡਿਫਰੈਂਟ ਆਨਸਰ ਟੂ ਦੀਆਂ ਕੁਐਸਚਨ ਕਿੰਗਸ ਫਸਟ ਕੁਐਸਚਨ? ਕਿਹੜੇ ਕਿਹੜੇ ਡਿਫਰੈਂਟ ਆਨਸਰ ਦਿੱਤੇ ਜਿਹੜਾ ਕਿੰਗ ਨੇ ਪਹਿਲਾ ਕੁਐਸਚਨ ਪੁੱਛਿਆ। The different answer to their king's first questions were that their king must be a prepare their timetable। ਇੱਕ ਬੰਦਾ ਕਹਿੰਦਾ ਵੀ ਉਹਨੂੰ ਕੀ ਆ, ਕਿੰਗ ਨੂੰ ਇੱਕ ਟਾਈਮ ਟੇਬਲ ਬਣਾ ਲੈਣਾ ਚਾਹੀਦਾ। The king should be a notice everything and do। ਕਹਿੰਦੇ ਸਾਰੀਆਂ ਚੀਜ਼ਾਂ ਨੂੰ ਉਹ ਦੇਖੇਗਾ ਤੇ ਉਹਦੇ ਅਕੋਰਡਿੰਗ ਕੰਮ ਕਰੇਗਾ। Whatever seems necessary that particular time। ਕਹਿੰਦੇ ਤਾਂ ਉਹਨੂੰ ਪਤਾ ਲੱਗ ਜੂਗਾ ਵੀ ਕਿਹੜਾ ਪਾਰਟਿਕੂਲਰ ਟਾਈਮ ਆ ਜਿਹੜਾ ਸਾਨੂੰ ਪ੍ਰੋਪਰ ਕੰਮ ਦੇ ਲਈ ਯੂਜ਼ ਕਰਨਾ ਚਾਹੀਦਾ ਵਾ। The king should have to be a council of wise person or a king must have to be a magician to tell the right time for an action। ਜਾਂ ਫਿਰ ਉਹਨੂੰ ਕੀ ਹੈ, ਇੱਕ ਜਿਹੜੇ ਬੁੱਧੀਮਾਨ ਲੋਕ ਨੇ ਉਹਨਾਂ ਦੀ ਕਾਉਂਸਲ ਬਣਾਉਣੀ ਚਾਹੀਦੀ ਹੈ, ਜਾਂ ਕਿੰਗ ਨੂੰ ਕੀ ਕਰਨਾ ਚਾਹੀਦਾ, ਮੈਜੀਸ਼ੀਅਨ ਹਾਇਰ ਕਰ ਲੈਣਾ ਚਾਹੀਦਾ, ਤਾਂ ਜੋ ਉਹ ਤੋਂ ਪਤਾ ਲੱਗ ਸਕੇ ਵੀ ਕਿਹੜਾ ਸਮਾਂ ਚੰਗਾ ਵਾ ਜਿਹਦੇ ਵਿੱਚ ਉਹ ਕੋਈ ਕੰਮ ਕਰ ਸਕਦਾ। ਨੈਕਸਟ ਕੁਐਸਚਨ ਇਜ਼
What different answers had the kings got get to his second question? ਜਿਹੜਾ second question ਸੀਗਾ ਉਹਦੇ ਕਿਹੜੇ different answer ਮਿਲੇ ਉਹਨੂੰ? To the second question, the some said that the right person, the right people of a king to listen were his advisor, and others said his soldiers were most important for him। ਕਹਿੰਦੇ ਜਿਹੜਾ ਸੈਕਿੰਡ ਕੁਐਸਚਨ ਸੀਗਾ ਉਹਦੇ ਵਿੱਚ ਜਿਹੜੇ ਸਾਰੇ ਬੰਦੇ ਸੀਗੇ ਉਹ ਇਹ ਗੱਲ ਕਹਿੰਦੇ ਸੀ ਵੀ ਜਿਹੜਾ ਰਾਈਟ ਬੰਦਾ ਵਾ ਉਹ ਕਿਹਦੀ ਗੱਲ ਉਹਨੂੰ ਸੁਣਨੀ ਚਾਹੀਦੀ ਆ। ਤੇ ਉਹ ਕਹਿੰਦੇ ਵੀ ਜਿਹੜੇ ਐਡਵਾਈਜ਼ਰ ਜਿਹੜੇ ਉਹਨੂੰ ਐਡਵਾਈਸ ਦਿੰਦੇ ਆ ਉਹਨਾਂ ਦੀ ਗੱਲ ਸੁਣਨੀ ਚਾਹੀਦੀ ਆ। ਤੇ ਅਦਰ ਸਾਈਡ ਵੀ ਜਿਹੜੇ ਸੋਲਜਰ ਨੇ ਉਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਨੇ ਤਾਂ ਉਹਨਾਂ ਦੀ ਗੱਲ ਸੁਣਨੀ ਚਾਹੀਦੀ ਆ। ਫੋਰਥ ਕੁਐਸਚਨ ਇਜ਼ ਵਟ ਡਿਫਰੈਂਟ ਆਂਸਰਸ ਵਰ ਟੂ ਬੀ ਆਫਰ ਟੂ ਹਿਜ਼ ਥਰਡ ਕੁਐਸਚਨ। ਜਿਹੜਾ ਥਰਡ ਕੁਐਸਚਨ ਸੀ ਉਹਦੇ ਕਿਹੜੇ ਡਿਫਰੈਂਟ ਆਂਸਰ ਮਿਲੇ? ਦੀ ਆਂਸਰ ਟੂ ਦੀ ਸੈਕਿੰਡ ਕੁਐਸਚਨ some said that his advisor but the right person to listen to do। ਕਹਿੰਦੇ ਵੀ ਉਹਦੇ ਜਿਹੜੇ ਐਡਵਾਈਜ਼ਰ ਨੇ ਉਹ ਸਹੀ ਬੰਦੇ ਨੇ ਜਿਨ੍ਹਾਂ ਦੀ ਗੱਲ ਸੁਣਨੀ ਚਾਹੀਦੀ ਹੈ। some other said that the soldier is important to listen their works। next question is why did the kings decide to go to the hermit। ਜਿਹੜਾ ਕਿੰਗ ਆ ਉਹਨੇ ਕਿਉਂ ਡਿਸਾਈਡ ਕੀਤਾ ਵੀ ਉਹ ਹੈਮਿਟ ਕੋਲ ਜਾਏਗਾ, ਤਪਸਵੀ ਕੋਲ ਜਾਏਗਾ? ਦੀ ਕਿੰਗ ਡਿਸਾਈਡ ਟੂ ਗੋ ਟੂ ਦੀ ਹੈਮਿਟ ਬਿਕੋਜ਼ ਹੀ ਵਾਜ਼ ਨਾਟ ਸਰਟੀਫਾਈਡ ਵਿਦ ਐਨੀ ਆਫ ਦੀ ਆਂਸਰ ਐਜ਼ ਆਲ ਦੀ ਆਂਸਰ ਵਰ ਵੈਰੀ ਡਿਫਰੈਂਟ। ਕਹਿੰਦੇ ਵੀ ਕਿੰਗ ਨੇ ਇਹ ਚੀਜ਼ ਤਾਂ ਡਿਸਾਈਡ ਕੀਤੀ ਕਿਉਂਕਿ ਉਹ ਸਾਰਿਆਂ ਦੇ ਜਿਹੜੇ ਆਂਸਰ ਸੀਗੇ ਉਹਨਾਂ ਤੋਂ ਸਰਟੀਫਾਈ ਨਹੀਂ ਸੀਗਾ ਤੇ ਸਾਰਿਆਂ ਦੇ ਜਿਹੜੇ ਆਂਸਰ ਸੀਗੇ ਉਹ ਸਾਰੇ ਡਿਫਰੈਂਟ ਸੀਗੇ। ਵਾਈ ਡਿਡ ਦੀ ਹੈਮਿਟ ਲੀਵ ਸੌਰੀ ਵੇਅਰ ਡਿਡ ਦੀ ਹੈਮਿਟ ਲੀਵ ਹੈਮਿਟ ਕਿੱਥੇ ਰਹਿੰਦਾ ਸੀ? ਦੀ ਹੈਮਿਟ ਲੀਵ ਇਨ ਜੰਗਲ। ਜਿਹੜਾ ਹੈਮਿਟ ਸੀਗਾ ਉਹ ਜੰਗਲ ਦੇ ਵਿੱਚ ਰਹਿੰਦਾ ਸੀ। ਵਟ ਕਾਈਂਡ ਆਫ ਦੀ ਕਲੋਥ ਡਿਡ ਦੀ ਕਿੰਗ ਵੀਅਰ ਐਂਡ ਬਾਈ। ਕਹਿੰਦੇ ਵੀ ਜਿਹੜਾ ਕਿੰਗ ਆ ਉਹਨੇ ਕਿਸ ਤਰ੍ਹਾਂ ਦੇ ਕੱਪੜੇ ਪਾਏ ਤੇ ਕਿਉਂ? ਦੀ ਕਿੰਗ ਪੁੱਟ ਐਨ ਟੂ ਦੀ ਸਿੰਪਲ ਕਲੋਥ ਬਿਕੋਜ਼ ਦੀ ਹੈਮਿਟ ਮੈਟ ਓਨਲੀ ਕਾਮਨ ਪੀਪਲ। ਕਹਿੰਦੇ ਉਹਨੇ ਤਾਂ ਕਰਕੇ ਸਿੰਪਲ ਕਲੋਥ ਪਾਏ ਸੀ ਤਾਂ ਜੋ ਕੀ ਆ ਹਰੇਕ ਜਿਹੜਾ ਸਾਧਾਰਨ ਬੰਦਾ ਸੀ ਹੈਮਿਟ ਸਿਰਫ ਉਹਨਾਂ ਨਾਲ ਹੀ ਮਿਲਦਾ ਸੀ। 8th question is why did the king not go to the hermit with his bodyguard। ਕਹਿੰਦੇ ਉਹ ਆਪਣੇ bodyguards ਦੇ ਨਾਲ ਹੈਮਿਟ ਦੇ ਕੋਲ ਕਿਉਂ ਨਹੀਂ ਗਿਆ? the hermit met only to the common people। the king want to show that he was to the common man so the king did not go to the hermit with his bodyguard। ਕਹਿੰਦੇ ਜਿਹੜਾ king ਸੀਗਾ ਉਹ ਜਿਹੜਾ ਹੈਮਿਟ ਸੀਗਾ ਉਹ ਸਿਰਫ ਜਿਹੜੇ ਸਾਧਾਰਨ ਬੰਦੇ ਸੀ ਉਹਨਾਂ ਨੂੰ ਮਿਲਦਾ ਸੀ ਤੇ ਕਿੰਗ ਚਾਹੁੰਦਾ ਸੀ ਵੀ ਉਹਨੂੰ ਇਸ ਤਰੀਕੇ ਨਾਲ ਦਿਖਾਵੇ ਵੀ ਉਹ ਕੀ ਇੱਕ ਕਾਮਨ ਬੰਦਾ ਵਾ ਤਾਂ ਕਰਕੇ ਕਿੰਗ ਆ ਜਿਹੜਾ ਉਹਨੇ ਆਪਣੇ bodyguard ਨਾਲ ਨਹੀਂ ਲੈ ਗਿਆ। what was the hermit doing when the king reached there। ਵੀ hermit ਕੀ ਕੰਮ ਕਰ ਰਿਹਾ ਸੀ ਜਦੋਂ king ਉਹਦੇ ਕੋਲ ਪਹੁੰਚਿਆ? the hermit was digging the ground in the front of his hut when the king went to him। ਕਹਿੰਦੇ ਵੀ ਜਿਹੜਾ ਹੈਮਿਟ ਆ ਉਹ ਕੀ ਆ ਆਪਣੇ ਜਿਹੜਾ ਘਰ ਦੇ ਸਾਹਮਣੇ ਹੱਟ ਦੇ ਸਾਹਮਣੇ ਜਿਹੜਾ ਗਰਾਊਂਡ ਸੀਗਾ ਉਹਨੂੰ ਗੁੱਡ ਰਿਹਾ ਸੀਗਾ ਤੇ ਜਦੋਂ ਕਿੰਗ ਉਹਦੇ ਕੋਲ ਪਹੁੰਚਿਆ। ਵਟ ਡਿਡ ਦੀ ਕਿੰਗ ਟੂ ਡੂ ਫॉर ਦੀ ਹੈਮਿਟ ਐਂਡ ਵਾਈ। ਜਿਹੜਾ ਕਿੰਗ ਆ ਉਹਨੇ ਹੈਮਿਟ ਦੇ ਲਈ ਕੀ ਕੀਤਾ ਤੇ ਕਿਉਂ? ਦੀ ਕਿੰਗ dig for hermit। the king helped him because the little was old and weak। he looked very tired। he breathed heavily as he worked। ਕਹਿੰਦੇ ਵੀ ਜਿਹੜਾ ਕਿੰਗ ਸੀਗਾ ਉਹਨੇ ਜਿਹੜਾ ਉਹ ਜਗ੍ਹਾ ਸੀਗੀ ਉਹਨੂੰ ਪੱਟ ਕੇ ਹੈਮਿਟ ਨੂੰ ਦਿੱਤੀ। ਉਹਨੇ ਕਿੰਗ ਨੇ ਤਾਂ ਉਹਦੀ ਹੈਲਪ ਕੀਤੀ ਕਿਉਂਕਿ ਉਹ ਦੇਖਣ ਦੇ ਵਿੱਚ ਕਾਫੀ ਬੁੜਾ ਤੇ ਵੀ ਕਮਜ਼ੋਰ ਲੱਗ ਰਿਹਾ ਸੀ। ਉਹ ਦੇਖਣ ਦੇ ਵਿੱਚ ਥੱਕਿਆ ਹੋਇਆ ਵੀ ਲੱਗ ਰਿਹਾ ਸੀ ਤੇ ਉਹ ਬੜੇ ਔਖੇ ਸਾਹ ਲੈ ਰਿਹਾ ਸੀ ਜਦੋਂ ਕੰਮ ਕਰ ਰਿਹਾ ਸੀ। who had wanted the strange and why। ਕਹਿੰਦੇ ਕਿਸ ਬੰਦੇ ਨੇ ਜਿਹੜਾ ਸਟ੍ਰੇਂਜਰ ਸੀਗਾ ਉਹਨੂੰ ਜ਼ਖਮੀ ਕੀਤਾ ਤੇ ਕਿਉਂ? ਦੀ ਕਿੰਗਸ bodyguard had wanted the stranger because he had come to the intentions to kill the king। ਕਹਿੰਦੇ ਉਹ ਉਹਨਾਂ ਦੇ ਜਿਹੜਾ ਕਿੰਗ ਦਾ ਅੰਗਰਖਸ਼ਕ ਸੀਗੇ ਉਹਨਾਂ ਨੇ ਉਹਨੂੰ ਜ਼ਖਮੀ ਕੀਤਾ ਉਹ ਸਟ੍ਰੇਂਜਰ ਨੂੰ ਕਿਉਂਕਿ ਉਹ ਕੀ ਆ ਇੱਕ ਅਟੈਚਰ ਲੈ ਕੇ ਆਇਆ ਸੀ ਵੀ ਉਹ ਕਿੰਗ ਨੂੰ ਮਾਰੇਗਾ। ਹਾਊ ਡਿਡ ਦੀ ਕਿੰਗ ਹੈਲਪ ਟੂ ਦੀ ਵੌਂਡਡ ਪਰਸਨ। ਕਹਿੰਦੇ ਵੌਂਡਡ ਪਰਸਨ ਨੂੰ ਉਹਨੇ ਕਿਸ ਤਰੀਕੇ ਨਾਲ ਹੈਲਪ ਕੀਤੀ? ਜ਼ਖਮੀ ਬੰਦੇ ਕਿਸ ਤਰੀਕੇ ਨਾਲ ਹੈਲਪ ਕੀਤੀ? ਦੀ ਕਿੰਗ ਡਰੈਸਡ ਹਿਜ਼ ਵੌਂਡ ਟਿਲ ਇਟ ਸਟਾਪ ਬਲੀਡਿੰਗ। ਕਹਿੰਦੇ ਉਹਨੇ ਉਦੋਂ ਤੱਕ ਉਹਦੀ ਡਰੈਸਿੰਗ ਕੀਤੀ, ਪੱਟੀਆਂ ਕੀਤੀਆਂ ਜਦੋਂ ਤੱਕ ਉਹ ਖੂਨ ਨਾ ਰੁਕਿਆ। ਹੀ ਆਲਸੋ ਗਿਵ ਹਿਮ ਫਰੈਸ਼ ਵਾਟਰ ਟੂ ਡਰਿੰਕ। ਕਹਿੰਦੇ ਉਹਨੇ ਇੱਕ ਉਹਨੂੰ ਸਾਫ਼ ਤੇ ਤਾਜ਼ਾ ਪਾਣੀ ਦਿੱਤਾ ਪੀਣ ਦੇ ਤਰੀਕੇ ਨਾਲ। ਨੈਕਸਟ ਹੈਗਾ ਤੁਹਾਡੇ ਫੇਸ ਰਾਈਟਿੰਗ ਤੇ ਸੈਂਟੈਂਸ ਮੇਕਿੰਗ। ਮੈਸੇਂਜਰ ਵਨ ਹੂ ਹੈਜ਼ ਕੈਰੀਜ਼ ਦੀ ਮੈਸੇਜ। ਜਿਹੜਾ ਬੰਦਾ ਜਿਹੜਾ ਸੰਦੇਸ਼ ਲੈ ਕੇ ਜਾਂਦਾ। ਆਈ ਗॉट ਟੂ ਦੀ ਸਿਮਨਸ ਥਰੂ ਟੂ ਦੀ ਮੈਸੇਂਜਰ ਫਰੋਮ ਦੀ ਕੋਰਟ। ਕਹਿੰਦੇ ਮੈਂ ਇੱਕ ਸੰਦੇਸ਼ ਮਿਲਿਆ ਜਿਹੜਾ ਕਿ ਇੱਕ ਮੈਸੇਂਜਰ ਮੇਰੇ ਕੋਲ ਦਰਬਾਰ ਦੇ ਵਿੱਚ ਲੈ ਕੇ ਆਇਆ। ਪ੍ਰਪੇਅਰ ਟੂ ਮੇਕ ਦੀ ਸਮਥਿੰਗ ਜਾਂ ਸਮਬਡੀ ਰੈਡੀ। ਕੋਈ ਚੀਜ਼ ਬਣਾ ਲੈਣੀ ਜਾਂ ਕੋਈ ਬੰਦਾ ਤਿਆਰ ਹੋਣਾ। ਆਈ ਐਮ ਵਰਕਿੰਗ ਹਾਰਡ ਟੂ ਪ੍ਰਪੇਅਰ ਫॉर ਦੀ ਐਗਜ਼ਾਮ। ਕਹਿੰਦਾ ਮੈਂ ਬਹੁਤ ਸਖਤ ਮਿਹਨਤ ਕਰ ਰਿਹਾ ਤਾਂ ਜੋ ਮੈਂ ਆਪਣੇ ਐਗਜ਼ਾਮ ਦੇ ਲਈ ਪ੍ਰਪੇਅਰ ਹੋ ਸਕਾਂ। ਨੈਸੈਸਰੀ ਦੈਟ ਇਜ਼ ਨੀਡਡ। ਵੀ ਇਹ ਚੀਜ਼ ਬਹੁਤ ਜ਼ਰੂਰੀ ਆ। ਦੀ ਹਾਰਡ ਵਰਕਿੰਗ ਇਜ਼ ਨੈਸੈਸਰੀ ਫॉर ਦੀ ਸਕਸੈਸ ਇਨ ਲਾਈਫ। ਕਹਿੰਦੇ ਸਖਤ ਮਿਹਨਤ ਕਰਨੀ ਬਹੁਤ ਜ਼ਰੂਰੀ ਹੈ ਜੇਕਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਫਲਤਾ ਪਾਉਣਾ ਚਾਹੁੰਦੇ ਹੋ। ਸਰਟੀਫਾਈਡ ਪਲੀਜ਼ਡ ਕਿਸੇ ਚੀਜ਼ ਤੋਂ ਸੰਤੁਸ਼ਟ ਹੋ ਜਾਣਾ।
ਮਾਈ ਬੌਸ ਇਜ਼ ਸਰਟੀਫਾਈਡ ਵਿਦ ਮਾਈ ਵਰਕ, ਜਿਹੜਾ ਮੇਰਾ ਬੌਸ ਸੀਗਾ ਉਹ ਮੇਰੇ ਕੰਮ ਤੋਂ ਕਾਫੀ ਖੁਸ਼ ਸੀਗਾ। ਸਨੋ ਦੀ ਪਲਾਂਟਸ ਔਰ ਸਪਰੈਡ ਸੀਡਸ ਇਨਟੂ ਦੀ ਗਰਾਊਂਡ, ਵੀ ਕੋਈ ਚੀਜ਼ਾਂ ਜਾਂ ਪਲਾਂਟ ਉਗਾਉਣੇ ਜਾਂ ਕੋਈ ਬੀਜ ਜਿਹੜਾ ਵਾ ਗਰਾਊਂਡ ਦੇ ਵਿੱਚ ਸੁੱਟਣਾ। ਦ ਫਾਰਮਰ ਵਾਸ ਸਨੋਇੰਗ ਦੀ ਵੀਡਸ ਸੀਡਸ ਇਨ ਦੇਅਰ ਫੀਲਡ, ਵੀ ਜਿਹੜਾ ਫਾਰਮਰ ਸੀਗਾ ਉਹ ਕੀ ਆ ਬੀਜਾਂ ਨੂੰ ਆਪਣੇ ਫੀਲਡ ਦੇ ਵਿੱਚ ਸਿੱਟ ਰਿਹਾ ਸੀ ਤਾਂ ਜੋ ਉੱਗ ਸਕਣ। ਰਿਵੇਂਜ ਸਮਥਿੰਗ ਡਨ ਇਨ ਦੀ ਰਿਟਰਨ ਫॉर ਟੂ ਦੀ ਹਾਰਮਸ ਡਨ ਟੂ ਯੂ, ਕਹਿੰਦੇ ਕੋਈ ਵੀ ਚੀਜ਼ ਤੁਸੀਂ ਵਾਪਸ ਕਰਨੀ ਜਿਹੜੇ ਵੀ ਤੁਹਾਨੂੰ ਕਿਸੇ ਨੇ ਹਾਨੀ ਜਾਂ ਕੋਈ ਨਾ ਕੋਈ ਨੁਕਸਾਨ ਪਹੁੰਚਾਇਆ ਹੋਵੇ ਉਹਦਾ ਵਾਪਸ ਕਰਨਾ। ਫॉरगिवनेस ਇਜ਼ ਦਾ ਬੈਸਟ ਫਾਰਮ ਆਫ ਟੂ ਦੀ ਰਿਵੇਂਜ, ਕਹਿੰਦੇ ਵੀ ਕਿਸੇ ਚੀਜ਼ ਨੂੰ ਮਾफ़ ਕਰ ਦੇਣਾ ਇਹ ਸਭ ਤੋਂ ਵਧੀਆ ਰਿਵੇਂਜ ਆ ਕਿਸੇ ਚੀਜ਼ ਨੂੰ ਵਾਪਸ ਕਰਨਾ। ਸਪੇਡਸ ਆ ਟੂਲ ਯੂਜ਼ ਟੂ ਦੀ ਡਿਗਿੰਗ, ਕਹਿੰਦਾ ਕੋਈ ਸਪੇਡ ਦਾ ਮਤਲਬ ਹੁੰਦਾ ਕਹੀ ਜਿਹੜਾ ਕਿ ਡਿਗਿੰਗ ਕਰਨ ਦੇ ਲਈ, ਜਾਣੀ ਕਿ ਤੁਸੀਂ ਕਹਿ ਦਿਓ ਵੀ ਖੋਦਣ ਦੇ ਲਈ ਜ਼ਰੂਰੀ ਆ। ਦੀ ਫਾਰਮਰ ਵਾਸ ਡਿਗਿੰਗ ਇਨ ਹਿਜ਼ ਹੈਂਡ ਵਿਦ ਦੀ ਸਪੇਡ, ਵੀ ਜਿਹੜਾ ਫਾਰਮਰ ਸੀਗਾ ਉਹਨੇ ਕੀ ਆਪਣੀ ਲੈਂਡ ਨੂੰ ਜਿਹੜਾ ਵਾ ਉਹ ਕਹੀ ਦੇ ਨਾਲ ਗੁੱਡ ਰਿਹਾ ਸੀਗਾ। ਲੁੱਕ ਆਫਟਰ ਟੂ ਟੇਕ ਕੇਅਰ ਆਫ, ਕਿਸੇ ਚੀਜ਼ ਦੀ ਦੇਖਭਾਲ ਕਰਨੀ। ਦੀ ਪੇਰੈਂਟਸ ਲੁੱਕ ਆਫਟਰ ਦੇਅਰ ਚਿਲਡਰਨ ਵਿਦ ਦੇਅਰ ਲਵਸ, ਵੀ ਜਿਹੜੇ ਪੇਰੈਂਟਸ ਸੀਗੇ ਉਹ ਆਪਣੇ ਬੱਚਿਆਂ ਦਾ ਹਮੇਸ਼ਾ ਕੀ ਆ ਪਿਆਰ, ਉਹਨਾਂ ਨੂੰ ਪਿਆਰ ਦੇ ਨਾਲ ਪਿਆਰ ਕਰਦੇ ਹਨ। ਸੌਰੀ ਹੈਮਿਟ ਵਨ ਹੂ ਵਾਜ਼ ਲਿਵਿੰਗ ਟੂ ਦੀ ਸਿੰਪਲ ਲਾਈਫ ਇਨ ਟੂ ਦੀਅਰ ਰਿਲੀਜਨਸ ਰੀਜ਼ਨਸ, ਕੋਈ ਇੱਕ ਅਜਿਹਾ ਬੰਦਾ ਜਿਹੜਾ ਕਿ ਆਪਣੀ ਸਾਧਾਰਨ ਲਾਈਫ ਜਿੰਦਾ ਵਾ ਧਾਰਮਿਕ ਰੀਜ਼ਨਾਂ ਕਰਕੇ। ਦੀ ਹੈਮਿਟ ਲਿਵ ਇਨ ਦੀ ਵੁੱਡ ਆਊਟਸਾਈਡ ਦੀ ਸਿਟੀ, ਕਹਿੰਦਾ ਜਿਹੜਾ ਹੈਮਿਟ ਆ ਉਹ ਕੀ ਆ ਇੱਕ ਲੱਕੜ ਦੇ ਘਰ ਦੇ ਵਿੱਚ ਰਹਿ ਰਿਹਾ ਜਿਹੜਾ ਕਿ ਸ਼ਹਿਰ ਤੋਂ ਬਾਹਰ ਆ। ਪਰਪਸ ਏਮ, ਕੋਈ ਚੀਜ਼ ਦਾ ਉਦੇਸ਼। ਆਈ ਡੂ ਨਾਟ ਨੋ ਟੂ ਦੀ ਪਰਪਸ ਆਫ ਹਿਸ ਕਮਿੰਗ ਹੇਅਰ ਸੋ ਲੇਟ ਇਨ ਨਾਈਟ, ਕਹਿੰਦੇ ਮੈਨੂੰ ਇਹ ਨਹੀਂ ਪਤਾ ਵੀ ਇਹ ਬੰਦਾ ਕਿਉਂ ਆ ਗਿਆ ਸਾਡੇ ਘਰ, ਕਿਸ ਉਦੇਸ਼ ਦੇ ਨਾਲ ਆਇਆ ਇੰਨੀ ਰਾਤ ਨੂੰ। ਤਾਂ ਇਹ ਸੀਗਾ ਤੁਹਾਡਾ ਪੂਰਾ 8th ਕਲਾਸ ਦਾ ਚੈਪਟਰ। ਇਹਦੇ ਵਿੱਚ ਜਿਹੜੇ ਮੈਂ ਤੁਹਾਨੂੰ ਸੈਂਟੈਂਸ ਸਾਰੀ ਟ੍ਰਾਂਸਲੇਸ਼ਨ ਦੱਸੀ ਆ, ਅੱਗੇ ਤੁਹਾਨੂੰ ਇਹ ਬੁੱਕ ਵਰਕ ਮਿਲ ਜਾਏਗਾ ਜਿਹੜਾ ਤੁਸੀਂ ਬੁੱਕ ਦੇ ਉੱਤੇ ਕਰਨਾ ਵਾ, ਜਦੋਂ ਤੁਹਾਨੂੰ ਬੁੱਕਸ ਪ੍ਰੋਵਾਈਡਸ ਹੋ ਗਈਆਂ ਤੁਸੀਂ ਇਹ ਤੋਂ ਦੇਖ ਕੇ ਕਰ ਸਕਦੇ ਹੋ। ਆਈ ਹੋਪ ਤੁਹਾਨੂੰ ਇਹ ਪੂਰੀ ਵੀਡੀਓ ਪਸੰਦ ਆਈ ਹੋਵੇਗੀ। ਤਾਂ ਮੇਰੀ ਵੀਡੀਓ ਨੂੰ ਲਾਈਕ ਕਰਨਾ ਤੇ ਸ਼ੇਅਰ ਕਰਨਾ ਨਾ ਭੁੱਲਿਓ। ਜਿਹੜੇ ਪਰਸਨ ਪਹਿਲੀ ਵਾਰ ਮੇਰੇ YouTube ਚੈਨਲ 'ਤੇ ਆਏ ਹੋਣ ਉਹ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਿਓ। ਤੇ ਇਸ ਚੈਪਟਰ ਨੂੰ ਬੜੇ ਧਿਆਨ ਨਾਲ ਸੁਣਨਾ ਵਾ ਤੇ ਇਹਦੇ ਵਿੱਚ ਜਿਹੜਾ ਮੈਸੇਜ ਮਿਲਦਾ ਉਹਨੂੰ ਇੰਪਲੀਮੈਂਟ ਕਰਕੇ ਆਪਣੀ ਲਾਈਫ ਦੇ ਵਿੱਚ ਸਕਸੈਸਫੁਲ ਹੋ ਲਓ। ਥੈਂਕਸ ਅ ਲੋਟ ਫॉर ਵਾਚਿੰਗ ਮਾਈ ਵੀਡੀਓ। ਦਿਸ ਇਜ਼ ਅ ਵੋਕੈਬਲਰੀ ਅਟੈਚਮੈਂਟਸ, ਜਿਹੜਾ ਕਿ ਤੁਹਾਡੇ ਬੁੱਕ ਵਰਕ ਆ 8th ਕਲਾਸ ਦਾ। ਦੈਨ ਤੁਹਾਨੂੰ ਗ੍ਰਾਮਰ ਯੂਜ਼ ਦਾ ਜਿਹੜਾ ਉਹ ਆ ਤੁਹਾਡਾ ਬੁੱਕ ਵਰਕ। ਨੈਕਸਟ ਜਿਹੜੇ ਤੁਸੀਂ ਐਕਟਿਵ ਪੈਸਿਵ ਦੇ ਰੂਲ ਲਿਖੇ ਹੋਏ ਨੇ ਤੁਸੀਂ ਇਹਨਾਂ ਨੂੰ ਨੋਟ ਡਾਊਨ ਵੀ ਕਰ ਸਕਦੇ ਹੋ ਆਪਣੀ ਕਾਪੀਜ਼ ਦੇ ਉੱਤੇ। ਪੈਸਿਵ ਫਾਰਮਸ ਜਿਹੜਾ ਐਥਲੈਟਿਕ ਵਰਡਸ ਦਿੱਤੇ ਹੋਏ ਨੇ ਰੈੱਡ ਕਲਰ ਦੇ ਵਿੱਚ, ਇਹ ਤੁਹਾਨੂੰ ਜਿਹੜੇ ਫਿਲ ਕਰਨੇ ਹੋਣਗੇ ਤੁਸੀਂ ਆਪਣੀ ਬੁੱਕ ਦੇ ਵਿੱਚ, ਉਹ ਤੁਹਾਨੂੰ ਬੁੱਕ ਮਿਲ ਜਾਏਗੀ, ਉਹ ਦੇਖ ਕੇ ਕਰ ਸਕਦੇ ਹੋ। ਪੰਚੁਏਸ਼ਨ ਪ੍ਰੈਕਟਿਸਿਸ, ਜਿਹੜੇ ਪੰਚੁਏਸ਼ਨ ਨੇ ਉਹ ਕਿਵੇਂ ਕਰਨੀਆਂ ਨੇ ਇਹਦੇ ਵਿੱਚ ਦੱਸੀਆਂ ਹੋਣੀਆਂ। ਕੰਪੋਜੀਸ਼ਨ ਰਾਈਟਿੰਗ, ਵੀ ਜਿਹੜੇ ਕੰਪੋਜੀਸ਼ਨ ਰਾਈਟਿੰਗ ਹੁੰਦੇ ਜਾਣੀ ਕਿ ਡਾਇਲੌਗਸ ਰਾਈਟ ਕਰਨੇ ਹੁੰਦੇ, ਜਿਹੜੇ ਕੁਐਸਚਨ ਪੁੱਛੇ ਜਾਂਦੇ ਤੁਸੀਂ ਉਹਨਾਂ ਦੇ ਆਨਸਰ ਜਾਂ ਆਨਸਰ ਪੁੱਛੇ ਜਾਂਦੇ ਤੇ ਕੁਐਸਚਨ ਦੇਣੇ ਹੁੰਦੇ ਆ। ਤਾਂ ਐਸੀ ਸਾਰੀ ਵੀਡੀਓ ਜਿਹੜੀ ਤੁਸੀਂ ਦੇਖ ਕੇ ਬਾਅਦ ਵਿੱਚ ਬੁੱਕ ਵਰਕ ਕਰ ਲੈਣਾ। ਥੈਂਕਸ ਅ ਲੋਟ।